इस सरकार ਨੂੰ ਨਾ ਨਹਿਰੂ ਪਸੰਦ ਆ, ਨਾ ਉਹਨਾਂ ਦੀਆਂ ਨੀਤੀਆਂ ਤੇ ਨਾ ਉਹਨਾਂ ਦੇ ਕੀਤੇ ਹੋਏ ਸਾਰੇ ਕੰਮ। ਇਹਨਾਂ ਦੇ ਕਹਿਣ ਮੁਤਾਬਕ ਤਾਂ ਜਿਹੜਾ ਮੁਲਕ ਆ ਉਹ 14 ਤੋਂ ਬਾਅਦ ਹੀ ਬਣਿਆ ਤੇ 14 ਤੋਂ ਬਾਅਦ ਸਾਰਾ ਇਹਨਾਂ ਨੇ ਹੀ ਬਣਾਇਆ। ਜਦੋਂ ਤੋਂ ਇਹ ਕੇਅਰ ਫੰਡ ਬਣਿਆ ਰੌਲਾ ਇਹੀ ਆ ਕਿ ਇਹਦੇ 'ਚ ਜਿਹੜੇ ਪੈਸੇ ਜਾਂਦੇ ਆ ਇਹਦਾ ਪਤਾ ਨਹੀਂ ਕਿਸੇ ਨੂੰ ਲੱਗਦਾ ਕਿੱਥੇ ਆ ਤੇ ਕਿੱਥੇ ਨਹੀਂ। ਜਦੋਂ ਧਿਆਨ ਤੁਸੀਂ ਦਿੰਦੇ ਆ ਫਿਰ ਪਤਾ ਲੱਗਦਾ ਕਿ ਇਹ ਤਾਂ ਫੰਡ ਸਰਕਾਰੀ ਨਹੀਂ। ਕੌਣ ਪੁੱਛੇ ਤੇ ਕਿਹਨੂੰ ਪੁੱਛੇ? ਕਰਨ ਵਾਲਾ ਸਰਵੇ ਸਰਵਾ ਭਾਰਤ ਦਾ ਪ੍ਰਧਾਨ ਮੰਤਰੀ ਤੇ ਪੁੱਛਣ ਵਾਲੀ ਕੈਗ। पीएम केयर्स फंड का चर्चा बहुत ज़्यादा है कि प्रधानमंत्री दी केयर वास्ते फंड बनया या इहदा कोई होर मकसद? ਪ੍ਰਧਾਨ ਮੰਤਰੀ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ ਐਮਰਜੈਂਸੀ ਫੰਡ जी PMCARE ਆਪਾਂ ਜਿਹਨੂੰ ਕੇਅਰਸ ਪੜ੍ਹਦੇ ਆ ਉਹਦਾ ਮਤਲਬ ਹੈਗਾ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ ਐਮਰਜੈਂਸੀ। ਉਹ ਸ਼ਬਦਾਂ ਨੂੰ ਅੱਗੇ ਪਿੱਛੇ ਕਰ ਲਿਆ ਕਿਉਂਕਿ ਸ਼ਬਦ ਜਿਹੜਾ ਉਹ ਕੇਅਰ ਬਣਾਉਣਾ ਸੀ। ਉਹ ਇੱਕ ਫੰਡ ਆ। 20 ਮਾਰਚ 2020 23/20 ਜਦੋਂ ਕੋਵਿਡ ਦਾ ਦੌਰ ਹੋਇਆ ਉਦੋਂ ਇਹਨਾਂ ਨੇ ਅਨਾਉਂਸਮੈਂਟ ਕੀਤੀ ਜਦ ਕਿ ਪ੍ਰਧਾਨ ਮੰਤਰੀ ਕੋਲ ਪਹਿਲਾਂ ਹੀ ਇੱਕ PM ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ ਫੰਡ ਇੱਕ ਹੈਗਾ ਜਿਹੜਾ 47-48 ਤੋਂ ਜਵਾਹਰ ਲਾਲ ਨਹਿਰੂ ਦੇ ਸਮੇਂ ਦਾ ਬਣਿਆ ਹੋਇਆ ਉਹ ਚੱਲਦਾ। ਪਰ ਕਿਉਂਕਿ ਇਸ ਸਰਕਾਰ ਨੂੰ ਨਾ ਨਹਿਰੂ ਪਸੰਦ ਆ, ਨਾ ਉਹਨਾਂ ਦੀਆਂ ਨੀਤੀਆਂ ਤੇ ਨਾ ਉਹਨਾਂ ਦੇ ਕੀਤੇ ਹੋਏ ਸਾਰੇ ਕੰਮ। ਇਹਨਾਂ ਦੇ ਕਹਿਣ ਮੁਤਾਬਕ ਤਾਂ ਜਿਹੜਾ ਮੁਲਕ ਆ ਉਹ 14 ਤੋਂ ਬਾਅਦ ਹੀ ਬਣਿਆ ਤੇ 14 ਤੋਂ ਬਾਅਦ ਸਾਰਾ ਇਹਨਾਂ ਨੇ ਹੀ ਬਣਾਇਆ। मतलब सानू आज़ाद होया कुछ महीने होए दा मतलब नहीं सानू नहीं इदां लगदा, प्रधान मंत्री साहब नूं इदां लगदा। वो पिछलियां सारियां रवायतां जिहड़ियां आ चाहे वो योजना कमीशन नूं नीति आयोग च बदलदे आ ते चाहे वो PMRNF जिहड़ा नैशनल रिलीफ फंड सी ਉਹਨੂੰ PM केयर फंड च बदलदे आ। ਇਹ ਦੁਨੀਆ ਦਾ ਇੱਕ ਮਾਤਰ ਐਸਾ ਅਨੋਖਾ ਫੰਡ ਹੋਣਾ ਜਿਹਦੀ ਘੋਸ਼ਣਾ ਪ੍ਰਧਾਨ ਮੰਤਰੀ ਨੇ ਕੀਤੀ, ਜਿਹਦਾ ਐਡਰੈਸ ਜਿਹੜਾ ਆ ਉਹ ਪ੍ਰਧਾਨ ਮੰਤਰੀ ਆਫਿਸ ਆ, ਜਿਹਦੇ ਵਿੱਚ ਚੇਅਰਮੈਨ ਜਾਂ ਡਾਇਰੈਕਟਰ ਜਾਂ ਮੁਖੀ ਜਿਹੜੇ ਆ ਇਸ ਫੰਡ ਦੇ ਪ੍ਰਧਾਨ ਮੰਤਰੀ ਆ। ਪਰ ਇਹ ਸਰਕਾਰੀ ਫੰਡ ਨਹੀਂ। ਇਹਦੇ 'ਚ ਜਿਹੜੇ ਹੋਰ ਮੈਂਬਰ ਨੇ ਉਹਨਾਂ ਦੇ ਵਿੱਚ ਵੱਡੇ ਤਿੰਨੋਂ ਹੀ ਭਾਰਤ ਦੇ ਮੰਤਰੀ, ਹੋਮ ਮਿਨਿਸਟਰ ਅਮਿਤ ਸ਼ਾਹ, ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਰਮਨ ਤੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ। ਮੋਦੀ ਤੋਂ ਬਾਅਦ ਅਗਲੇ 3 ਨਾਮ ਉਹਨਾਂ ਦੇ ਸ਼ਾਮਲ ਨੇ। ਦੇਖੋ ਫੰਡ ਬਣਾਉਣੇ ਹੁੰਦੇ ਨੇ, ਇਹਨਾਂ ਜਿਹੜੀਆਂ ਲੋਕਾਂ ਤੋਂ ਪੈਸੇ ਲੈਣੇ ਹੁੰਦੇ ਨੇ, ਚੰਗੇ ਕੰਮਾਂ ਵਾਸਤੇ ਪੈਸੇ ਲੱਗਦੇ ਨੇ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਐਸੋਸੀਏਸ਼ਨਸ ਨੇ ਜਿਹੜੀਆਂ ਨਾਨ ਗਵਰਨਮੈਂਟ ਨੇ, ਚੰਦਾ ਫੰਡ ਪੈਸੇ ਦਾਨ ਲੋਕਾਂ ਤੋਂ ਲੈਂਦੀਆਂ ਨੇ ਤੇ ਉਹ ਚੰਗੇ ਪਾਸੇ ਲਾਉਂਦੀਆਂ ਨੇ। ਬਹੁਤ ਸਾਰੀਆਂ ਅਜਿਹੀਆਂ ਵੀ ਨੇ ਜਿਹੜੀਆਂ ਪਰਚੀਆਂ ਛਾਪਦੀਆਂ ਨੇ, ਪੈਸੇ ਇਕੱਠੇ ਕਰਦੀਆਂ ਨੇ, ਥੋੜ੍ਹੇ ਬਹੁਤੇ ਖਰਚਦੀਆਂ ਨੇ ਤੇ ਥੋੜ੍ਹੇ ਬਹੁਤੇ ਜਿਹੜੇ ਲੈ ਕੇ ਰਫੂ ਚੱਕਰ ਹੋ ਜਾਂਦੀਆਂ ਨੇ। ਬਹੁਤ NGOs ਨੇ ਜਿਹੜੀਆਂ ਪੈਸੇ ਬਣਾਉਣ ਦਾ ਕੰਮ ਕਰਦੀਆਂ, ਪੈਸੇ ਇੱਧਰੋਂ ਉੱਧਰੋਂ ਸਾਰੇ ਪਾਸਿਓਂ ਆਉਂਦੇ ਨੇ। ਪਰ ਇਹ ਇੱਕ ਐਸਾ ਅਜੀਬ ਫੰਡ ਆ ਜਿਹਦਾ ਮੁਖੀ ਪ੍ਰਧਾਨ ਮੰਤਰੀ ਆ। ਆਪ ਉਹ ਅਨਾਊਂਸ ਕਰਦੇ ਆ 28 ਤਰੀਕ ਨੂੰ 28 ਮਾਰਚ ਨੂੰ ਕਿ ਨੈਸ਼ਨਲ ਡਿਜ਼ਾਸਟਰ ਲਈ ਜਾਂ ਇਸ ਮਹਾਮਾਰੀ ਦੇ ਲਈ ਅਸੀਂ ਪੈਸੇ ਇਕੱਠੇ ਕਰਨੇ ਆ ਤੇ ਸਾਨੂੰ ਉਹ ਜਿਹੜੇ ਪੈਸੇ ਦਿੱਤੇ ਜਾਣ। ਉਹ ਪੈਸੇ ਵੀ ਬਹੁਤ ਆਉਂਦੇ ਆ। ਹੁਣ ਜਦੋਂ ਇੱਕ ਗੰਗਵਾਲ ਸੰਯਮਕ ਗੰਗਵਾਲ ਨਾਂ ਦੇ ਬੰਦੇ ਨੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਪਾਈ ਕਿ ਇਸ ਫੰਡ ਨੂੰ ਸਰਕਾਰੀ ਫੰਡ ਘੋਸ਼ਿਤ ਕਰ ਦਿੱਤਾ ਜਾਵੇ ਤੇ ਫਿਰ ਬਾਅਦ 'ਚ ਪਤਾ ਲੱਗਾ ਕਿ ਇਹ ਫੰਡ ਸਰਕਾਰੀ ਨਹੀਂ ਹੈਗਾ। ਪ੍ਰਦੀਪ ਕੁਮਾਰ ਨਾਂ ਦੇ ਇੱਕ ਜੂਨੀਅਰ ਅਸਿਸਟੈਂਟ ਸੈਕਟਰੀ ਜਾਂ ਅੰਡਰ ਸੈਕਟਰੀ ਲੈਵਲ ਦੇ ਆਫਿਸਰ ਨੇ ਦਿੱਲੀ ਹਾਈ ਕੋਰਟ 'ਚ ਆ ਕੇ ਗੱਲ ਦੱਸੀ ਕਿ ਇਹ ਫੰਡ ਸਰਕਾਰੀ ਨਹੀਂ ਆ। ਫਿਰ ਇਹ ਫੰਡ ਕਿਹੜਾ ਆ ਭਾਈ? ਫਿਰ ਇਹ ਪ੍ਰਧਾਨ ਮੰਤਰੀ ਦਾ ਨਿੱਜੀ ਫੰਡ ਆ ਜਾਂ ਇਹਦੇ ਨਾਲ ਜਿਹੜੇ ਮੈਂਬਰ ਨੇ ਇਹਨਾਂ ਦਾ ਕੋਈ ਆਪਣਾ ਫੰਡ ਆ? ਜੇ ਇਹ ਇਹਨਾਂ ਦਾ ਆਪਣਾ ਫੰਡ ਆ ਤੇ ਫਿਰ ਇਹਦਾ ਐਡਰੈਸ ਪ੍ਰਧਾਨ ਮੰਤਰੀ ਦਫ਼ਤਰ ਕਿਉਂ ਆ? ਤੇ ਫਿਰ ਇਹਦੇ ਲਈ ਜਿਹੜੀ ਡਿਮਾਂਡ ਕਰਦੇ ਆ ਉਹ ਪ੍ਰਧਾਨ ਮੰਤਰੀ ਕਿਉਂ ਆ? ਤੇ ਫਿਰ ਇਸ ਫੰਡ ਦੀ RTI ਰਾਹੀਂ ਜਾਣਕਾਰੀ ਕਿਉਂ ਨਹੀਂ ਦਿੱਤੀ ਜਾਂਦੀ ਵੀ ਕਿੱਥੋਂ ਪੈਸੇ ਆਏ ਤੇ ਕਿੱਥੇ ਪੈਸੇ ਗਏ? ਫਿਰ ਉਹਨਾਂ ਨੇ ਕਹਿ ਦਿੱਤਾ ਕਿ ਜੀ ਜਿੱਦਾਂ ਬਾਕੀ ਸਾਰੀਆਂ NGOs ਦਾ ਆਡਿਟ ਹੁੰਦਾ ਉੱਦਾਂ ਇਹਦਾ ਵੀ ਆਡਿਟ ਹੁੰਦਾ। ਤੇ ਤੁਸੀਂ ਜਾਣਦੇ ਆ ਕਿ ਇੱਥੋਂ ਹਜ਼ਾਰਾਂ ਲੱਖਾਂ ਐਸੀਆਂ ਐਸੋਸੀਏਸ਼ਨਸ ਨੇ ਜਿਹੜੀਆਂ ਪੈਸੇ ਇਕੱਠੇ ਕਰਦੀਆਂ ਨੇ। ਆਡਿਟ ਕਹਿਣ ਨੂੰ ਸਾਰਿਆਂ ਦਾ ਹੁੰਦਾ ਪਰ ਉਹ ਮੁੜ ਕੇ ਲੱਭਦੀਆਂ ਵੀ ਨਹੀਂ ਤੇ ਉਹ ਪੈਸੇ ਕਿੱਥੇ ਦੇ ਕਿੱਥੇ ਚਲ ਜਾਂਦੇ ਆ। ਉਹ ਜਾਂ ਤੇ ਉਹ ਐਸੋਸੀਏਸ਼ਨਸ ਜਾਣਦੀਆਂ ਜਿਹੜੀਆਂ ਇਕੱਠੇ ਕਰਦੀਆਂ ਤੇ ਜਾਂ ਫਿਰ
ਪਰਮਾਤਮਾ ਜਾਣਦਾ। ਜੀ ਅੰਮ੍ਰਿਤਪਾਲ ਸ਼ਰਮਾ ਜੀ, ਤੁਹਾਨੂੰ ਟੋਕ ਰਹੀ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਹਮੇਸ਼ਾ ਕਹਿੰਦੇ ਨੇ ਵੀ ਪਾਰਦਰਸ਼ਤਾ ਵਾਲੀ ਸਾਡੀ ਸਰਕਾਰ ਹੈ, ਤੇ ਇਹਦੀ ਜਿਹੜੀ ਪਾਰਦਰਸ਼ਤਾ ਕਿਉਂ ਨਹੀਂ ਲੋਕਾਂ ਦੇ ਸਾਹਮਣੇ? ਕਿਆ ਉਹਨਾਂ ਨੂੰ ਆਪਣੇ ਕੰਮਾਂ ਤੇ ਜਾਂ ਕੰਮ ਕਰਨ ਦੇ ਢੰਗ ਤੇ ਭਰੋਸਾ ਨਹੀਂ ਹੈ? ਦੇਖੋ, ਇਹ ਜਦੋਂ ਤੋਂ ਇਹ ਕੇਅਰ ਫੰਡ ਬਣਿਆ, ਰੌਲਾ ਇਹੀ ਆ ਕਿ ਇਹਦੇ 'ਚ ਜਿਹੜੇ ਪੈਸੇ ਜਾਂਦੇ ਆ ਇਹਦਾ ਪਤਾ ਨਹੀਂ ਕਿਸੇ ਨੂੰ ਲੱਗਦਾ ਕਿੱਥੇ ਆ ਤੇ ਕਿੱਥੇ ਨਹੀਂ। ਜਦੋਂ ਧਿਆਨ ਤੁਸੀਂ ਦਿੰਦੇ ਆ ਫਿਰ ਪਤਾ ਲੱਗਦਾ ਕਿ ਇਹ ਤਾਂ ਫੰਡ ਸਰਕਾਰੀ ਨਹੀਂ। ਜੀ ਫਿਰ ਦੁਬਾਰਾ ਉਹ ਗੱਲ ਸਾਹਮਣੇ ਆਉਂਦੀ ਹੈ ਵੀ ਜੇ ਫੰਡ ਸਰਕਾਰੀ ਨਹੀਂ ਫਿਰ ਪ੍ਰਧਾਨ ਮੰਤਰੀ ਉਹਦੇ ਲਈ ਕਿਉਂ ਪੈਸੇ ਮੰਗ ਰਿਹਾ ਤੇ ਉਹਦੀ ਘੋਸ਼ਣਾ ਉਹਨੇ ਕਿਉਂ ਕੀਤੀ ਤੇ ਫਿਰ ਉਹਨਾਂ ਨੇ ਇਹ ਬਣਾਇਆ ਕਿਸ ਲਈ? ਜੀ ਹੁਣ ਜਦੋਂ ਤੁਸੀਂ ਇਹਦੇ 'ਚ ਪੈਸਿਆਂ ਦੀ ਗੱਲ ਕਰਦੇ ਆ ਜਾਂ ਸਰਕਾਰ ਦੇ ਸਿਸਟਮ ਦੀ ਗੱਲ ਕਰਦੇ ਆ, ਸਰਕਾਰ ਉਹਨਾਂ ਦੀ ਆਪਣੀ ਆ, ਸਰਕਾਰ ਉਹਨਾਂ ਦੇ ਮੁਤਾਬਕ ਬਹੁਤ ਵਧੀਆ ਚੱਲ ਰਹੀ ਆ। ਜੀ ਹੁਣ ਗੱਲ ਇਹ ਆ ਵੀ ਇਹ ਫੰਡ ਜਦੋਂ ਉਹਨਾਂ ਨੇ ਬਣਾਇਆ ਤੇ ਇਹਦੇ ਤੇ ਇੰਨੇ ਸਾਰੇ ਪੈਸੇ ਆਏ ਤੇ ਉਹ ਪੈਸੇ ਗਏ ਕਿੱਥੇ ਉਹਦਾ ਪਤਾ ਨਹੀਂ ਲੱਗਣਾ। ਗੱਲ ਸਿਰਫ ਇਸੇ ਗੱਲ ਤੇ ਉੱਤੇ ਮੁਕਾਤੀ ਕਿ ਆਡੀਟਰ ਜਿਹੜਾ ਆ ਇਹਦਾ ਆਡਿਟ ਕਰ ਰਿਹਾ। ਜੀ ਹੁਣ ਆਡਿਟ ਕਰਨ ਵਾਲੀ ਸੰਸਥਾ ਜਿਹੜੀ ਆ ਉਹ ਕਹਿ ਗਿਆ, ਜੀ ਕੰਟਰੋਲਰ ਆਫ ਆਡੀਟਰ ਜਨਰਲ, ਤੇ ਉਹਦੇ ਤੇ ਉੱਪਰ ਸਰਕਾਰ ਆ, ਜੀ ਸਰਕਾਰ ਦਾ ਇਹ ਫੰਡ ਆ ਤੇ ਕਹਿ ਇਹਨੂੰ ਆਡਿਟ ਕਿੱਦਾਂ ਕਰ ਲੂ? ਬਿਲਕੁਲ, ਤੁਸੀਂ ਸਮਝਦੇ ਗੱਲ ਸਾਰੀ ਸਥਿਤੀ ਜਿਹੜੀ ਕਿਤੇ ਹੋ ਰਿਹਾ। ਤੇ ਰੁਪਈਏ ਇਹਨਾਂ ਦੇ ਕੋਲ ਹਜ਼ਾਰਾਂ ਕਰੋੜਾਂ ਦੀ ਗਿਣਤੀ 'ਚ ਆ ਰਿਹਾ। ਜੇ ਅਸੀਂ ਉਹਨਾਂ ਰੁਪਈਆਂ ਦੀ ਗੱਲ ਕਰੀਏ ਜਿਹੜੇ ਹੁਣ ਤੱਕ ਆ ਰਹੇ ਆ ਤੇ ਤੁਹਾਡੀਆਂ ਅੱਖਾਂ ਜਿਹੜੀਆਂ ਉਹ ਖੁੱਲੀਆਂ ਰਹਿ ਜਾਂਦੀਆਂ। 2400 ਕਰੋੜ ਤੇ ਲਗਭਗ ਭਾਰਤ ਦੀਆਂ ਪ੍ਰਾਈਵੇਟ ਕੰਪਨੀਆਂ ਨੇ ਜਾਂ ਜਿਹੜੀ ਬਿਜ਼ਨਸ ਅਦਾਰੇ ਨੇ ਉਹਨਾਂ ਨੇ ਇਹਨਾਂ ਨੂੰ ਦਿੱਤੇ। ਜੀ ਸਾਰੀਆਂ ਹੀ ਵੱਡੀਆਂ ਕੰਪਨੀਆਂ ਨੇ, ਟਾਟਾ ਹੋਵੇ, ਰਿਲਾਇੰਸ ਹੋਵੇ, ਅੰਬਾਨੀਜ਼ ਹੋਣ, ਅਡਾਨੀਜ਼ ਹੋਣ, ਜਿੰਨੀਆਂ ਵੀ ਵੱਡੀਆਂ ਕੰਪਨੀਜ਼ ਨੇ ਉਹਨਾਂ ਨੂੰ ਇਹਨਾਂ ਨੇ ਪੈਸੇ ਦਿੱਤੇ। ਰੇਲਵੇ ਵਰਗੀ ਸੰਸਥਾ ਜਿਹੜੀ ਇੰਡੀਅਨ ਰੇਲਵੇ ਜਿਹਨੂੰ ਅਸੀਂ ਕਹਿੰਦੇ ਆ, ਉਹਨਾਂ ਨੇ ਇਹਨਾਂ ਨੂੰ ਮੋਟੇ ਪੈਸੇ ਜਿਹੜੇ ਆ ਉਹ ਦਿੱਤੇ। ਹੁਣ ਤੁਸੀਂ ਸਮਝਦੇ ਆ ਕਿ ਰੇਲਵੇ ਦੇ ਹਾਲਾਤ ਕਿਹੋ ਜਿਹੇ ਨੇ। ਰੇਲਵੇ ਪ੍ਰਾਈਵੇਟਾਈਜੇਸ਼ਨ ਵਾਲੇ ਪਾਸੇ ਨੂੰ ਤੁਰਿਆ ਆ। ਜੇ ਤੁਸੀਂ ਕਿਸੇ ਨੂੰ ਰੇਲ ਤੇ ਸਟੇਸ਼ਨ ਤੇ ਛੱਡਣ ਵੀ ਜਾਂਦੇ ਤੇ ਤੁਹਾਡੀ ਪਲੇਟਫਾਰਮ ਟਿਕਟ ਜਿਹੜੀ ਉਹ 50 ਰੁਪਏ ਦੀ ਲੱਗਦੀ ਆ, ਤੇ ਉਹੀ ਰੇਲਵੇ ਸੈਂਕੜੇ ਕਰੋੜਾਂ ਰੁਪਈਆ PM ਕੇਅਰ ਫੰਡ ਦੇ ਵਿੱਚ ਦੇ ਰਿਹਾ। ਇੰਡੀਅਨ ਆਰਮੀ 150 ਕਰੋੜ ਤੋਂ ਜ਼ਿਆਦਾ, ਨੇਵੀ 16 ਕਰੋੜ, 에ਅਰ ਫੋਰਸ 29 ਕਰੋੜ, RBI 200 ਕਰੋੜ, ਭਾਰਤ ਦੀਆਂ ਸਾਰੀਆਂ ਨੈਸ਼ਨਲਾਈਜ਼ ਬੈਂਕਾਂ 350 ਕਰੋੜ। ਜੀ ਇੱਥੇ ਸਵਾਲ ਨੈਸ਼ਨਲਾਈਜ਼ ਬੈਂਕਾਂ। ਜੀ ਮੈਂ ਕਹਿਣ ਲੱਗੀ ਸੀ ਕਿ ਇਹ ਜਿਹੜੇ ਨਾਮ ਤੁਸੀਂ ਗਿਣਾਏ ਨੇ ਨਾ, ਉਹਨਾਂ ਦੇ ਵਿੱਚ ਤਾਂ ਸਰਕਾਰ ਇਹਨਾਂ ਨੂੰ ਪੈਸੇ ਦਿੰਦੀ ਹੈ, ਤੇ ਫਿਰ ਉਹਨਾਂ ਨੇ ਸਰਕਾਰ ਨੂੰ ਪੈਸੇ ਕਿਉਂ ਦਿੱਤੇ? ਦੇਖੋ, ਸਰਕਾਰ ਉਹਨਾਂ ਨੂੰ ਪੈਸੇ ਦਿੰਦੀ ਆ, ਉਹ ਬਜਟ ਦੀ ਐਲੋਕੇਸ਼ਨ ਹੈ। ਜੀ ਇਹ ਸਰਕਾਰ ਨੂੰ ਪੈਸੇ ਦੇ ਰਹੇ ਨੇ, ਇਹ ਦਾਨ ਆ ਜਿਹਦਾ ਹਿਸਾਬ ਕਿਤਾਬ ਕੋਈ ਨਹੀਂ, ਖਰਚਣੇ ਕਿਹਨੇ ਆ, ਕਿੱਥੇ ਜਾਣੇ ਇਹਦਾ ਪਤਾ ਕੁਛ ਨਹੀਂ। ਜੀ RBI, ਮੈਂ ਬੈਂਕਾਂ ਦੀ ਗੱਲ ਕਰਦਾ ਸੀ, ਨੈਸ਼ਨਲਾਈਜ਼ ਬੈਂਕਾਂ ਨੇ 350 ਕਰੋੜ ਦੇ ਕਰੀਬ ਇਹਨਾਂ ਨੂੰ ਇਕੱਠਾ ਕਰਕੇ ਦਿੱਤਾ। ਤੇ ਬੈਂਕਾਂ ਦੇ ਹਾਲਾਤ ਕੀ ਨੇ? 15 ਬੈਂਕਾਂ ਨੂੰ ਇਕੱਠੀਆਂ ਕਰਕੇ ਤਿੰਨਾਂ ਨੂੰ ਚੌਂ ਕਰਕੇ ਕਲੱਬ ਕਰ ਰਹੇ ਨੇ। ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਛਾਂਟੀ ਹੋ ਰਹੀ ਆ, ਮੁਲਾਜ਼ਮ ਆਪਣੀਆਂ ਤਨਖਾਹਾਂ ਲਈ ਹੜਤਾਲ ਤੇ ਨੇ। ਪਰ ਉਹੀ ਮੁਲਾਜ਼ਮ, ਕਿਉਂਕਿ ਚਿੱਠੀ PMO ਤੋਂ ਆਉਂਦੀ ਆ, ਪ੍ਰਾਈਮ ਮਿਨਿਸਟਰ ਆਫਿਸ ਤੋਂ ਸਰਕੂਲੇਸ਼ਨ ਜਾਰੀ ਹੁੰਦਾ ਕਿ ਤੁਸੀਂ ਪੈਸੇ ਇਕੱਠੇ ਕਰਕੇ ਦਿਓ। ਹੁਣ ਕੁਝ ਪੈਸਾ ਤੇ ਉਹ ਆਪਣੇ ਕੋਲੋਂ ਦਿੰਦੇ ਨੇ ਤੇ ਕੁਝ ਫਿਰ ਜਿੰਨੇ ਮੁਲਾਜ਼ਮ ਨੇ ਉਹਨਾਂ ਨੂੰ ਕਹਿੰਦੇ ਨੇ ਇੱਕ ਦਿਨ ਦੀ ਤਨਖਾਹ ਦੇ ਦਿਓ, ਤੇ ਉਹ ਪੈਸੇ ਦਿੰਦੇ ਨੇ। ਤੇ ਉਹ ਹੁਣ ਸਾਰੀਆਂ ਨੈਸ਼ਨਲਾਈਜ਼ ਬੈਂਕਾਂ ਜੇ ਇੱਕ ਦਿਨ ਦੀ ਤਨਖਾਹ ਦਿੰਦੀਆਂ ਨੇ ਤੇ ਉਹ ਰੁਪਈਆ ਕਰੋੜਾਂ ਦੇ ਵਿੱਚ ਉਹਦੀ ਗਿਣਤੀ ਹੁੰਦੀ ਹੈ। ਪਰ ਕਈ ਜਗ੍ਹਾ ਤੇ ਆ ਕੇ ਉਹਦਾ ਫਿਰ ਪੰਗਾ ਵੀ ਬਣਦਾ। ਜਦੋਂ ਇਹ ਨੋਟਿਸ ਡਾਕਟਰਸ ਨੂੰ ਆਇਆ, ਸਰਕਾਰੀ ਡਾਕਟਰਸ ਨੂੰ, ਤੇ ਦਿੱਲੀ ਦੇ ਸਾਰੇ ਵੱਡੇ ਹਸਪਤਾਲਾਂ ਦੇ ਡਾਕਟਰਾਂ ਨੇ ਇਸ ਪੈਸੇ ਦੇਣ ਤੋਂ ਨਾ ਕਰ ਦਿੱਤੀ। ਏਮਸ ਦੇ ਡਾਕਟਰ ਵੀ ਉਹਦੇ 'ਚ ਸ਼ਾਮਲ ਸੀ, ਡਾਕਟਰ ਰਾਮ ਮਨੋਹਰ ਲੋਹੀਆ ਹਸਪੀਟਲ ਦੇ ਵੀ ਸੀ, ਸਫਦਰਜੰਗ ਦੇ ਵੀ ਸੀ, ਤੇ ਲੇਡੀ ਜਿਹੜਾ ਬੈਟਨ ਹਸਪੀਟਲ ਹੈ ਇੱਕ ਵੱਡਾ ਸਰਕਾਰੀ ਹਸਪਤਾਲ, ਉੱਥੇ ਦੇ ਡਾਕਟਰਾਂ ਨੇ ਵੀ ਮਨਾ ਕਰਤਾ। ਉਹ ਕਹਿੰਦੇ ਪੈਸੇ ਅਸੀਂ ਦਾਨ ਦੇਣੇ ਆ, ਤੇ ਦਾਨ ਜਿਹੜਾ ਉਹ ਡਨ ਨਹੀਂ ਹੋ ਸਕਦਾ। ਸਾਡੀ ਮਰਜ਼ੀ ਆ, ਅਸੀਂ ਜਿਸ ਕਿਸੇ ਇੰਸਟੀਟਿਊਸ਼ਨ ਨੂੰ ਦਈਏ ਚਾਹੇ ਨਾ ਦਈਏ, ਜਿਹਨੂੰ ਦਿਲ ਕਰੂ ਉਹਨੂੰ ਦੇਵਾਂਗੇ, ਜਿਹਨੂੰ ਨਹੀਂ ਦਿਲ ਕਰੂ ਨਹੀਂ ਦੇਵਾਂਗੇ। ਇਸ ਫੰਡ ਦੇ ਵਿੱਚ ਅਸੀਂ ਡੋਨੇਟ ਜਿਹੜਾ ਉਹ ਨਹੀਂ ਕਰਨਾ। ਜਦੋਂ ਇੱਕ ਮੁਸ਼ਤ ਵਿਰੋਧ ਹੋਇਆ, ਸਾਰਿਆਂ ਨੇ ਇਕੱਠੇ ਹੋ ਕੇ ਉਹਦਾ ਵਿਰੋਧ ਕੀਤਾ, ਤੇ ਫਿਰ ਉਹ ਸਰਕੂਲੇਸ਼ਨ ਜਿਹੜਾ ਉਹ ਵਾਪਸ ਕਰਤਾ ਗਿਆ। ਫਿਰ ਕਿਹਾ ਗਿਆ ਕਿ ਇਹ ਵਲੰਟਰੀ ਆ, ਮੈਂਡੇਟਰੀ ਨਹੀਂ, ਸ਼ਬਦ ਉਹਦੇ ਚੋਂ ਬਦਲ ਦਿੱਤੇ ਗਏ। ਹੁਣ ਸਵਾਲ ਫਿਰ ਇਹੀ ਉੱਠਦਾ ਕਿ ਇਹ ਪਹਿਲਾਂ ਜਿਹੜਾ ਸਰਕੂਲੇਸ਼ਨ ਆ ਉਹ PM ਆਫਿਸ ਚੋਂ ਕਿਉਂ ਜਾਂਦਾ? ਜਦੋਂ ਉਹ ਫੰਡ ਸਰਕਾਰੀ ਨਹੀਂ, ਜਦੋਂ ਉਹ ਟਰਸਟ ਸਰਕਾਰੀ ਨਹੀਂ, ਫਿਰ ਸਰਕਾਰ ਦੇ ਦਫ਼ਤਰ 'ਚੋਂ ਉਹ ਨੋਟੀਫਿਕੇਸ਼ਨ ਜਾਰੀ ਕਿਉਂ ਹੁੰਦਾ? ਫਿਰ ਜਦੋਂ ਕੋਈ ਵਿਰੋਧ ਕਰਦਾ ਤੇ ਫਿਰ ਉਹਨੂੰ ਵਾਪਸ ਕਿਉਂ ਲਿਆ ਜਾਂਦਾ? ਪਰ ਫਿਰ ਸਵਾਲ ਪਰਮਿੰਦਰ ਜੀ ਉੱਥੇ ਹੀ ਆ ਵੀ ਕੌਣ ਪੁੱਛੇ ਤੇ ਕਿਹਨੂੰ ਪੁੱਛੇ? ਕਰਨ ਵਾਲਾ ਸਰਵਾ ਭਾਰਤ ਦਾ ਪ੍ਰਧਾਨ ਮੰਤਰੀ ਤੇ ਪੁੱਛਣ ਵਾਲੀ ਕੈਗ, ਦੋਨੋਂ ਹੀ ਸਰਕਾਰੀ। ਉਹ ਤੇ ਉਹਨੂੰ ਪੁੱਛ ਕੇ ਸਾਹ ਲੈਂਦੇ ਨੇ, ਤੇ ਉਹ ਉਹਨੂੰ ਪੁੱਛਣਗੇ ਕਿਵੇਂ? ਫਿਰ ਅਗਲੀ ਗੱਲ ਦੇਖੋ, ਫਾਈਨੈਂਸ ਮਿਨਿਸਟਰੀ ਦੇ ਵਿੱਚ ਜਿਹੜੇ ਰੈਵਨਿਊ ਡਿਪਾਰਟਮੈਂਟ, ਸਾਰਾ ਫਾਈਨੈਂਸ ਮਿਨਿਸਟਰੀ ਦਾ ਜਿਹੜਾ ਡਿਪਾਰਟਮੈਂਟ ਆ, ਉਹਨਾਂ ਨੂੰ ਵੀ ਸਰਕੂਲੇਸ਼ਨ ਜਾਰੀ ਹੋਇਆ ਵੀ ਤੁਸੀਂ ਪਿਛਲੇ ਸਾਲ 20 ਤੋਂ ਲੈ ਕੇ 2021 ਮਾਰਚ ਤੱਕ 1 ਸਾਲ ਦਾ ਹਰ ਮਹੀਨੇ ਦਾ 1 ਦਿਨ ਦੀ ਤਨਖਾਹ ਜਿਹੜੀ ਆਪਣੀ ਦਿਓ। ਉੱਥੇ ਫਿਰ ਵਿਰੋਧ ਹੋਇਆ।
ਉਹ ਕਹਿੰਦੇ ਵੀ ਇੱਕ ਦਿਨ ਦੀ ਤਨਖਾਹ ਦਾ ਮਤਲਬ ਤਾਂ ਇਹ ਆ ਵੀ ਅਸੀਂ 12 ਤਨਖਾਹਾਂ ਦੇਣੀਆਂ, 12 ਦਿਨ ਦੀ ਜਿਹੜੀ ਸੈਲਰੀ ਉਹ ਡੋਨੇਟ ਕਰੀਏ। ਉਹਨਾਂ ਨੇ ਵੀ ਨਾ ਕਰਤੀ। ਜਦੋਂ ਨਾ ਕਰਤੀ, ਸਾਰੇ ਡਿਪਾਰਟਮੈਂਟਸ ਨੇ ਯੂਨੀਅਨਸ ਬਣੀਆਂ ਹੋਈਆਂ ਨੇ, ਫਿਰ ਉੱਥੇ ਵੀ ਸਰਕੂਲੇਸ਼ਨ ਜਿਹੜਾ ਉਹ ਵਾਪਸ ਲਿਆ ਗਿਆ ਵੀ ਤੁਸੀਂ 12 ਦਿਨ ਦੀ ਨਾ ਦਿਓ, ਇੱਕ ਦਿਨ ਦੀ ਦੇ ਦਿਓ। ਸੋ ਇਹ ਗੱਲ ਜਿਹੜੀ ਆ ਇਹ ਫਿਰ ਡੂੰਘੀ ਜਾ ਕੇ ਕਿਤੇ ਰੁਕਦੀ ਆ ਵੀ ਇਹ ਕਹਾਣੀ ਜਿਹੜੀ ਆ ਇਹ ਕਿੱਧਰ ਨੂੰ ਤੁਰੀ ਹੋਈ ਆ ਤੇ ਕਿੱਧਰ ਨੂੰ ਜਾ ਰਹੀ ਆ। ਬਿਨਾਂ ਸ਼ੱਕ ਭਾਰਤ ਦੇ ਵਿੱਚ ਜਿੱਦਣ ਤੋਂ ਇਹ ਫੰਡ ਬਣਿਆ ਉਸ ਦਿਨ ਤੋਂ ਰੌਲਾ ਪੈ ਰਿਹਾ ਵੀ ਇਹਦਾ ਦੱਸਦਾ ਹੀ ਕੋਈ ਨਹੀਂ ਵੀ ਪੈਸੇ ਆ ਕਿੱਥੋਂ ਰਹੇ ਤੇ ਜਾ ਕਿੱਥੋਂ ਰਹੇ। ਦੇਖੋ ਹੁਣ ਫੇਮਾ ਐਕਟ ਦੀ ਇੱਕ ਕਿਸੇ ਤੇ ਵੀ ਲਾਉਂਦੇ ਆ ਕਿ ਜਿਹੜਾ ਫੰਡਿੰਗ ਜਿਹੜੀ ਬਾਹਰੋਂ ਮਨੀ ਲਾਂਡਰਿੰਗ ਆ ਉਹਦੇ ਤੇ ਐਕਟ ਲੱਗਦਾ। ਇਸ ਫੰਡ ਦੇ ਵਿੱਚ ਬਾਹਰੋਂ ਵੀ ਪੈਸੇ ਆ ਰਹੇ ਤੇ ਹੈਰਾਨੀ ਦੀ ਗੱਲ ਆ ਕਿ ਬਾਹਰੋਂ ਵੀ ਪੈਸੇ ਕਿੱਥੋਂ ਆ ਰਹੇ। ਹੋਰ ਛੋਟੀਆਂ ਗੱਲਾਂ ਤਾਂ ਛੱਡੋ, ਰਸ਼ੀਆ ਦੀ ਇੱਕ ਹਥਿਆਰ ਬਣਾਉਣ ਵਾਲੀ ਕੰਪਨੀ ਆ ਸੋਰੋਬੋਰਨ ਕਰਕੇ, ਸੋਰੋਬੋਰਨ ਐਕਸ ਕਰਕੇ ਉਹਦਾ ਨਾਮ ਆ, ਉਹਦੇ ਪੈਸੇ ਇਹਦੇ ਚ ਆਏ ਹੋਏ ਨੇ। 80 ਜੀ ਚੋਂ ਛੂਟ ਵੀ ਮਿਲੀ ਹੋਈ ਆ। ਸੋ ਇਹ ਜਿਹੜੀਆਂ ਕਹਾਣੀਆਂ ਨੇ ਇਹ ਸਾਰੀਆਂ ਬਹੁਤ ਅਲੱਗ-ਅਲੱਗ ਪਾਸਿਆਂ ਨੂੰ ਜਾਂਦੀਆਂ ਤੇ ਇਹ ਜਿਹੜੀ ਕਹਾਣੀ ਹੈ ਇਹਦੇ ਚ ਹੋਰ ਇੱਕ ਪਹਿਲੂ ਜੁੜਦਾ ਕਿ ਭਾਰਤ ਦੇ ਵੱਡੇ ਸਾਰੇ ਕ੍ਰਿਕਟਰ, ਬਾਲੀਵੁੱਡ ਦੇ ਸਿਤਾਰੇ, ਚਾਹੇ ਉਹ ਅਕਸ਼ੇ ਕੁਮਾਰ ਆ, ਚਾਹੇ ਉਹ ਸਲਮਾਨ ਖਾਨ ਆ, ਚਾਹੇ ਕੋਈ ਛੋਟਾ ਤੇ ਚਾਹੇ ਕੋਈ ਵੱਡਾ, ਇੰਡੀਅਨ ਆਰਮੀ, LIC, ਸਾਰੀਆਂ ਬੈਂਕਾਂ, ਹਾਊਸਿੰਗ ਕਾਰਪੋਰੇਸ਼ਨ, ਪਤਾ ਨਹੀਂ ਕਿਤੋਂ ਪੈਸੇ ਲਏ। ਅੱਛਾ, ਉਸ ਤੋਂ ਵੀ ਅਗਲੀ ਗੱਲ ਦੇਖੋ, ਇੱਕ CSR ਨਾਂ ਦਾ ਫੰਡ ਹੁੰਦਾ, ਕੰਪਨੀ ਸੋਸ਼ਲ ਰਿਸਪੌਂਸਿਬਿਲਟੀ। ਜਿਸ ਵੱਡੇ ਪ੍ਰਾਈਵੇਟ ਅਦਾਰੇ ਦਾ ਕੁਛ ਇੱਕ ਟਰਮ ਸੈੱਟ ਆ ਕਿ ਉਹ ਤੋਂ ਬਿਜ਼ਨਸ ਜ਼ਿਆਦਾ ਹੁੰਦਾ ਜਾਂ ਉਹਦੀ ਜਿਹੜੀ ਟਰਨਓਵਰ ਉਹ ਤੋਂ ਜ਼ਿਆਦਾ ਹੁੰਦੀ ਆ, ਉਹ ਆਪਣੀ ਅਮਾਊਂਟ ਦਾ, ਆਪਣੇ ਨੈਟ ਪ੍ਰੋਫਿਟ ਦਾ ਜਾਂ ਆਪਣੇ ਗ੍ਰੋਸ ਪ੍ਰੋਫਿਟ ਦਾ ਕੁਛ % ਜਿਹੜਾ ਆ ਉਹ CSR 'ਚ ਖਰਚਦਾ। CSR ਦਾ ਪੈਸਾ ਸਿੱਧਾ ਸਰਕਾਰ ਕੋਲ ਜਾਂਦਾ ਜਾਂ ਉਹ ਲੋਕ ਸਿੱਧੇ ਤੌਰ ਤੇ ਆਪ ਖਰਚਦੇ ਆ ਤੇ ਸਰਕਾਰ ਨੂੰ ਦੱਸਦੇ ਨੇ ਕਿ ਅਸੀਂ CSR 'ਚ ਪੈਸੇ ਖਰਚ ਦਿੱਤੇ। ਤੇ ਕਿਉਂਕਿ ਇਸ ਫੰਡ ਦੇ ਵਿੱਚ CSR ਦੇਣ ਦਾ ਫਾਇਦਾ ਇਹ ਸੀਗਾ ਕਿ ਤੁਸੀਂ ਪ੍ਰਧਾਨ ਮੰਤਰੀ ਦੀਆਂ ਨਜ਼ਰਾਂ 'ਚ ਆਉਣਾ ਸੀ। ਸੋ ਬਹੁਤੀਆਂ ਕੰਪਨੀਆਂ ਨੇ ਆਪਣੇ CSR ਦੀ ਐਲੋਕੇਸ਼ਨ ਜਿਹੜੀ ਸਿੱਧੀ ਆ ਉਹ PM ਕੇਅਰ ਫੰਡ ਲਈ ਕਰ ਦਿੱਤੀ ਗਈ। ਕੋਈ ਵੱਡੀ ਗੱਲ ਨਹੀਂ ਹੈ ਪਰਮਿੰਦਰ ਜੀ ਕਿ ਸਾਲ ਬਾਅਦ ਜਾਂ 2 ਸਾਲ ਬਾਅਦ ਜਾਂ ਜਦੋਂ ਕਿਤੇ ਸਰਕਾਰ ਬਦਲੇ ਇਹ ਇੱਕ ਵੱਡੇ ਘੁਟਾਲੇ ਦੇ ਰੂਪ 'ਚ ਗੱਲਾਂ ਸਾਰੀਆਂ ਸਾਹਮਣੇ ਆਉਣ। ਪਰ ਹਾਲਾਤ ਇਹੀ ਨੇ ਕਿ ਇਹ ਜਿਹੜੇ ਸਰਕਾਰੀ ਤੰਤਰ ਨੇ ਜਾਂ ਪਹਿਲਾਂ ਤਾਂ ਕਾਂਗਰਸ ਵਾਲੀਆਂ ਨੀਤੀਆਂ ਨੂੰ ਬਦਲਣਾ, ਬਹੁਤਾ ਕੁਝ ਨਵਾਂ ਦੇਣ ਦੀ ਕੋਸ਼ਿਸ਼ ਕਰਨੀ, ਸਾਰੇ ਹੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੰਮ ਕਰਨਾ, ਜਿਹੜਾ ਇਸ ਸਰਕਾਰ ਦਾ ਆ ਟੋਟਲ ਜਿਹੜਾ ਆ ਉਹ ਏਜੰਡਾ ਬਣ ਗਿਆ ਹੋਇਆ।